ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਅਸੀਂ ਪਹੁੰਚੇ ਨੇ ਕਰਨਾਲ ਤੋਂ ਥੋੜਾ ਜਿਹਾ ਪਿੱਛੇ ਆ। ਅਸੀਂ ਇੱਥੇ ਲਗਾਤਾਰ ਪ੍ਰਦਰਸ਼ਨ ਜਿਹੜਾ ਹੈ ਕਿ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ, ਇਹ ਜਾਰੀ ਹੈ। ਹਾਂਜੀ ਬਾਬਾ ਜੀ, ਕਿੱਦਾਂ ਦਾ ਜੋਸ਼ ਹੈ ਅੱਜ? ਮੈਂ ਕਿਹਾ ਧੰਨ ਹੋਈ ਪਈ ਆ ਕਿ ਅੱਜ ਮਤਲਬ ਤੁਸੀਂ ਪ੍ਰਦਰਸ਼ਨ ਕਰਨਾ ਅੱਜ ਹੀ ਤੁਸੀਂ ਪਹੁੰਚਣਾ ਹੈ ਸਿੰਘੂ ਬਾਰਡਰ? ਹਾਂਜੀ ਅੱਜ ਹੀ ਪਹੁੰਚਾਂਗੇ। ਮੋਦੀ ਸਰਕਾਰ ਦੇ ਨਾਰੇ ਤੁਸੀਂ ਖਿਲਾਫ ਲਾ ਰਹੇ ਹੋ, ਅਗਰ ਉਹ ਤੁਹਾਡਾ ਜਿਹੜਾ ਕਾਨੂੰਨ ਹੈਗੇ ਆ ਉਹ ਜਿਹੜਾ ਵਾਪਸ ਨਹੀਂ ਲੈਂਦੀ ਫਿਰ ਤੁਸੀਂ ਕੀ ਕਰੋਗੇ? ਅਸੀਂ ਰੱਦ ਕਰਾ ਕੇ ਹਟਾਂਗੇ, ਧਰਨੇ ਤੇ ਬੈਠਾਂਗੇ। ਭਲਾ ਸਾਨੂੰ 6 ਮਹੀਨੇ ਲੱਗ ਜਾਣੇ, ਉੱਥੇ ਰਵਾਂਗੇ। ਅੱਛਾ ਜੀ, ਹੋਰ ਬਾਬਾ ਜੀ ਕਿੱਦਾਂ ਦਾ ਜੋਸ਼ ਹੈ? 1500 ਟਰਾਲਾ ਅੱਜ ਆਇਆ ਜੀ, 1500 ਕੱਲ ਨੂੰ ਤੁਰਨਾ। ਆਏ ਬਾਅਦ 8 ਦਿਨ ਤੁਰੀ ਆਉਣੇ, ਕਰੇ 1500 ਕਰੇ 2000 ਟਰਾਲਾ। ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਸਾਰਾ ਪੰਜਾਬ ਇੱਥੇ ਹੀ ਆ ਜਾਣਾ। ਹਾਂਜੀ, ਕਿੱਦਾਂ ਯਾਰ ਕੰਪਾਈਨ ਆ ਰਹੀ ਆ ਫਿਰੋਜ਼ਪੁਰ ਜ਼ਿਲ੍ਹਾ, ਅੰਮ੍ਰਿਤਸਰ ਜ਼ਿਲ੍ਹਾ, ਤਰਨਤਾਰਨ ਜ਼ਿਲ੍ਹਾ, ਹਰੀਕੇ। ਖਾਣਾ ਪਾਣੀ ਜਿਹੜਾ ਤੁਹਾਡਾ ਖਾਣਾ ਪਾਣੀ ਜਿਹੜਾ ਨਾਲ ਲੈ ਕੇ ਅਸੀਂ ਆਪਣੇ ਨਾਲ ਲੈ ਕੇ 6 ਮਹੀਨੇ ਦਾ ਲੈ ਕੇ। ਖਾਣਾ ਪਾਣੀ ਦਾ ਕੋਈ ਵੀ ਘਾਟ ਨਹੀਂ ਹੈ। ਕਿਸਾਨ ਜਥੇਬੰਦੀ ਨੂੰ ਇਸ ਵੇਲੇ ਪੂਰੇ ਜੋਸ਼ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਪਿੱਟ ਸਿਆਪਾ ਕਰ ਰਹੇ ਨੇ ਕਿਸਾਨ ਕਿ ਇਹ ਜਿਹੜਾ ਬਿੱਲ ਹੈ, ਇਹ ਜਿਹੜੇ 3 ਬਿੱਲ ਨੇ, ਇਹ ਵਾਪਸ ਕੀਤੇ ਜਾਣ। ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਦਿੱਲੀ ਦੀ ਸਰਹੱਦ ਤੇ ਅੱਜ 17ਵਾਂ ਦਿਨ ਹੈ, ਪਰ ਕਿਸਾਨਾਂ ਦਾ ਜੋਸ਼ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਹੈ। ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨ ਵੀਰ, ਬੀਬੀਆਂ ਅਤੇ ਬੱਚੇ ਹਰ ਆਉਣ ਵਾਲੇ ਸ਼ਖਸ ਨੂੰ ਕਿਸਾਨ ਏਕਤਾ ਜ਼ਿੰਦਾਬਾਦ ਦਾ ਨਾਰਾ ਦੇ ਕੇ ਜੋਸ਼ ਅਤੇ ਜਨੂੰਨ ਨਾਲ ਭਰ ਦਿੰਦੇ ਨੇ। ਪਿਛਲੇ ਦਿਨਾਂ ਵਿੱਚ ਮੀਂਹ ਵੀ ਕਿਸਾਨਾਂ ਦੇ ਰੋਹ ਨੂੰ ਨਹੀਂ ਧੋ ਸਕਿਆ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਤੇ ਜਾ ਰਹੇ ਨੇ। ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਜਾ ਰਹੇ ਹਾਂ। ਇੱਥੇ ਇਸ ਵੇਲੇ ਪੂਰਾ ਪ੍ਰਦਰਸ਼ਨ ਦਾ ਮਾਹੌਲ, ਪੂਰੇ ਜੋਸ਼ ਦੇ ਵਿੱਚ ਇਸ ਵੇਲੇ ਕਿਸਾਨ ਜਥੇਬੰਦੀਆਂ ਸਿੰਘੂ ਬਾਰਡਰ ਵੱਲ ਕੂਚ ਕਰਦੀਆਂ ਹੋਈਆਂ। ਲੰਬੀ ਤਾਦਾਦ ਦੇ ਵਿੱਚ 3 ਖੇਤੀ ਕਾਨੂੰਨਾਂ ਬਿੱਲਾਂ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹ ਲਗਾਤਾਰ ਜਾਰੀ ਹੈ। ਮੋਦੀ ਸਰਕਾਰ ਦੇ ਖਿਲਾਫ ਪਿੱਟ ਸਿਆਪਾ ਕਰਦੀ ਹੋਈ ਕਿਸਾਨ ਜਥੇਬੰਦੀਆਂ ਸਿੰਘੂ ਬਾਰਡਰ ਦੇ ਵੱਲ ਕੂਚ ਕਰਦੀ ਹੋਈ। ਟਰਾਲੀਆਂ ਦੀ ਲਾਈਨ ਪੰਜਾਬ ਤੋਂ ਆਏ ਜਿਹੜੇ ਕਿਸਾਨ ਜਥੇਬੰਦੀਆਂ ਨੇ, ਲਗਾਤਾਰ ਪ੍ਰਦਰਸ਼ਨ ਜਾਰੀ ਹੈ ਪੂਰੇ ਜੋਸ਼ ਦੇ ਵਿੱਚ ਸਿੰਘੂ ਬਾਰਡਰ ਦੇ ਵੱਲ ਕੂਚ ਕਰਦੀ ਹੋਈ। ਉਹ ਟਰਾਲੀ ਸਾਡੇ ਪਿੱਛੋਂ ਆ ਰਹੀ ਹੈ, ਇਹ ਫਿਰੋਜ਼ਪੁਰ ਜ਼ੋਨ ਤੇ ਮਾਝਾ ਜ਼ੋਨ ਦੀ ਟਰਾਲੀਆਂ ਆ ਰਹੀਆਂ ਵਾ। ਬਹੁਤ ਲੰਬਾ ਪਿੱਛੇ ਟਰਾਲੀ ਆ ਰਹੀ ਹੈ। ਤੁਸੀਂ ਕਿੱਥੋਂ ਆਏ ਹੋ? ਅਸੀਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਏ ਹਾਂ ਜੀ। ਅੱਛਾ ਜੀ, ਖਲਜੀਆ ਪਿੰਡ ਆ ਸਾਡਾ, ਰਈਆ ਬਲਾਕ ਆ। ਅੱਛਾ ਜੀ। ਹੁਣ ਤੁਹਾਡੇ ਨਾਲ ਮਤਲਬ ਕਿੰਨੀਆਂ ਟਰਾਲੀਆਂ ਪਿੱਛੇ ਤੱਕ ਕਿੱਥੇ? ਮਤਲਬ ਕੋਈ ਦੱਸ ਨਹੀਂ ਸਕਦੇ ਵੀ ਕਿੰਨੀ ਟਰਾਲੀ ਹੋਏਗੀ, ਇੰਨੀ ਜ਼ਿਆਦਾ ਗਿਣਤੀ ਤੋਂ ਬਾਹਰ ਆ, ਬਹੁਤ ਜ਼ਿਆਦਾ। ਦੇਖੋ ਭਾਜੀ, ਬਹੁਤ ਜ਼ਿਆਦਾ ਸੰਗਤਾਂ 'ਚ ਇੰਨਾ ਕੁ ਭਾਰੀ ਉਤਸ਼ਾਹ ਵਾ ਵੀ ਸੰਗਤਾਂ ਆਪ ਮੁਹਾਰੇ ਪਿੰਡਾਂ 'ਚੋਂ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਣ ਦੀ ਵੀ ਆਪਾਂ ਦਿੱਲੀ ਜਾਣਾ ਵਾ। ਸੰਗਤਾਂ ਆਪ ਮੁਹਾਰੇ ਹਰ ਇੱਕ ਘਰ 'ਚੋਂ ਇੱਕ 2 ਜੀ ਦਿੱਲੀ ਜਾਣ ਨੂੰ ਤਿਆਰ ਹੈ ਜੀ। ਬਹੁਤ ਜ਼ਿਆਦਾ ਲੰਮੀ ਲਾਈਨ ਹੈ ਜੀ ਇਹ ਟਰਾਲੀਆਂ ਦੀ। ਘੱਟੋ ਘੱਟ ਵੀ 1000 ਬੜਾ ਕੁਝ ਹੋ ਸਕਦਾ ਵਾ ਵੀ ਬਹੁਤ ਜ਼ਿਆਦਾ ਤਿਆਰੀ ਚੱਲਦੀ ਪਈ ਹੈ ਉਹਦੇ ਹਰੇਕ ਪਿੰਡ ਲੈਵਲ ਤੇ ਜਾਂ ਕਹਿ ਲਓ। ਉਤਸ਼ਾਹ ਇਹਨਾਂ ਦੀ ਘਰੋਂ ਘਰੀ ਘਰਾਂ 'ਚੋਂ ਪ੍ਰਸ਼ਾਦਾ ਬਣ ਕੇ ਆਪ ਟਰਾਲੀਆਂ ਦੇ ਵਿੱਚ ਬੀਬੀਆਂ ਪ੍ਰਸ਼ਾਦਾ ਰੱਖ ਕੇ ਜਾਂਦੀਆਂ। ਕੋਈ ਪਾਣੀ ਦੀ ਸੇਵਾ ਕਰਨ ਡਿਆ, ਕੋਈ ਬਦਾਮਾਂ ਦੀ, ਕੋਈ ਜਲੇਬਾਂ ਦੀ, ਵੀ ਟੋਕਰੇ ਭਰ ਭਰ ਕੇ ਟਰਾਲੀਆਂ ਦੇ ਵਿੱਚ ਇੰਨਾ ਕੁ ਜ਼ਿਆਦਾ ਪ੍ਰਸ਼ਾਦਾ ਵਾ ਵੀ ਸੰਗਤਾਂ ਕੋ ਖਾਣ ਨਾਲ ਮੁੱਕ ਨਹੀਂ ਸਕਦਾ ਜੀ। ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬਾਂ ਦੇ ਵਿੱਚ ਲੰਗਰ ਤਿਆਰ ਹੋਣ ਡਿਆ ਪਿਆ ਜੀ। ਜਿੰਨਾ ਜਾਣਾ ਉਹ ਟਰਾਲੀ ਦੇ ਵਿੱਚ ਰੱਖਦੇ ਆ ਕਿ ਲੈ ਕੇ ਤੇ ਤੁਰੋ। ਤੁਸੀਂ ਤੇਲ ਵਗੈਰਾ ਪਾ ਕੇ ਦੇ, ਸਾਡੀ ਗੱਡੀ ਦੀ ਟੈਂਕੀ ਫੁੱਲ ਕਰਵਾ ਕੇ ਤੋਰੀ ਆ ਸਾਨੂੰ ਵੀ ਚਲੋ ਤੁਸੀਂ ਉੱਥੇ ਪਹੁੰਚੋ। ਜਿੰਨੇ ਬੰਦੇ ਆਉਂਦੇ ਉਸ ਤੋਂ ਡਬਲ ਉੱਥੇ ਫੇਰ ਸਾਡੇ ਜਾ ਰਹੇ ਆ। ਅੰਨਦਾਤਾ ਜਿਹਨੂੰ ਕਹਿੰਦੇ ਨੇ ਆਪਾਂ, ਕਿਸਾਨ ਸਾਡਾ ਅੰਨਦਾਤਾ ਹੈ। ਅੱਜ ਉਹੀ ਇੱਥੇ ਆ ਕੇ ਵੀ ਸਾਰਿਆਂ ਨੂੰ ਲੰਗਰ ਛਕਾ ਰਿਹਾ ਹੈ, ਕਿਸੇ ਨੂੰ ਘਾਟ ਨਹੀਂ ਹੈ ਖਾਣੇ ਪੀਣੇ ਦੀ, ਜਿਸ ਨਾਲੋਂ ਕੇਂਦਰ ਸਰਕਾਰ ਦੀ ਚਿੰਤਾ ਤਾਂ ਜ਼ਰੂਰ ਵੱਧ ਰਹੀ ਹੈ। ਇਸ ਅੰਦੋਲਨ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦਾ ਆਪਸੀ ਭਾਈਚਾਰਾ ਵੀ ਦੇਖਣ ਨੂੰ ਮਿਲਿਆ ਹੈ। ਭਾਜੀ ਹਰਿਆਣਾ ਤੋਂ? हरियाणा ते जी विरोध हल्का गोहाना तहसील सोनीपत डिस्ट्रिक्ट। ਅੱਛਾ, ਪੰਜਾਬੀਆਂ ਦੇ ਨਾਲ ਹੋ ਤੁਸੀਂ? हाँ बिल्कुल नाल है जी। खट्टर नु कहना हरियाणा नहीं है, सारा हरियाणा आ रहा है। हमारा बड़ा भाई गेला, छोटा भाई साथ में, कंधा कंधा मिला के चलना की। हरी मोदी सरकार ने घेर के मानना की। ਇਸ ਧਰਨੇ ਵਿੱਚ ਪੰਜਾਬੀਆਂ ਦਾ ਗੁੱਸਾ ਵੀ ਜ਼ਾਹਰ ਹੋਇਆ ਦਿਖਾਈ ਦਿੱਤਾ ਅਤੇ ਉਹਨਾਂ ਨੇ ਅੰਬਾਨੀ, ਅਡਾਨੀ ਅਤੇ ਕੰਗਣਾ ਦੇ ਪੁਤਲੇ ਵੀ ਟੰਗ ਦਿੱਤੇ।
ਅੱਲੜਾ ਰੰਡੀਆਂ ਕਰ ਛੱਡੀਆਂ ਤੂੰ ਸਿਰਾਂ ਤੇ ਚਿੱਟੀਆਂ ਚੁੰਨੀਆਂ ਨੀ ਮਾਪੇ ਜਲਦੇ ਵੇਖ ਕੇ ਰੋਈਆਂ ਜਾਨਾਂ ਨੰਨੀਆਂ ਮੁੰਨੀਆਂ ਨੀ ਵਿੱਚ 84 ਘਰਾਂ ਚੋਂ ਕੱਢ ਕੇ ਤੈਂ ਬੇਦੋਸ਼ੇ ਮਾਰੇ ਨੀ ਤੂੰ ਅੱਜ ਵੀ ਧੱਕੇ ਕਰ ਰਹੀ ਏ ਹਾਏ ਦਿੱਲੀ ਦੀ ਏ ਸਰਕਾਰ ਨੀ ਤੂੰ ਅੱਜ ਵੀ ਧੱਕੇ ਕਰ ਰਹੀ ਏ ਹਾਏ ਦਿੱਲੀ ਦੀ ਏ ਸਰਕਾਰ ਨੀ ਭਾਈ ਅਸੀਂ ਇਹ ਮੈਸੇਜ ਦਿੰਦੇ ਕਿ ਅਸੀਂ ਭਗਤ ਸਿੰਘ ਦੀ ਕੌਮ ਚੋਂ ਆ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਜਿਨ੍ਹਾਂ ਦਾ ਜ਼ਮੀਰ ਮਰ ਚੁੱਕਿਆ ਉਹਨਾਂ ਨੂੰ ਘੱਟ ਤੋਂ ਘੱਟ ਦੇਖ ਕੇ ਸ਼ਰਮ ਆਵੇ ਤਾਂ ਉਹਨਾਂ ਨੂੰ ਪਤਾ ਲੱਗੇ ਉਹ ਵੀ ਜਿਹੜੇ ਇੱਥੇ ਪਬਲਿਕ ਆਈ ਹੋਈ ਆ ਉਹਨਾਂ ਦਾ ਆ ਕੇ ਸਾਥ ਦੇਣ। ਤੁਸੀਂ ਕਿੱਥੋਂ ਆਏ ਹੋ ਭਾਜੀ? ਵੀਰ ਜੀ ਅਸੀਂ ਦਿੱਲੀ ਤੋਂ ਆਏ ਆ ਸਾਰੇ ਆਪਣੇ ਯਾਰ ਦੋਸਤ ਆਪਾਂ ਰੋਜ਼ ਆਈਦਾ ਵੀਰ ਜੀ 7 8 10 ਮੁੰਡੇ ਜਿੰਨਾ ਹੁੰਦਾ ਆਪਾਂ ਰੋਜ਼ ਆਉਂਦੇ ਆ ਇੱਥੇ ਸੇਵਾ ਕਰਕੇ ਸ਼ਾਮਾਂ ਨੂੰ ਫਿਰ ਚੱਲ ਜਾਈਦਾ ਅਗਲੇ ਦਿਨ ਫੇਰ ਆਈਦਾ। ਤੁਸੀਂ ਹੁਣ ਦਿੱਲੀੋਂ ਅਪ ਡਾਊਨ ਕਰਦੇ ਆ ਰਹਿ ਰਹੇ ਹੋ ਇੱਥੇ ਤੁਸੀਂ? ਕਈ ਵਾਰ ਰੁਕ ਵੀ ਜਾਈਦਾ ਨਹੀਂ ਤਾਂ ਡੇਲੀ ਅਪ ਡਾਊਨ ਕਰੀਦਾ। ਅੱਛਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਉਂਦੇ ਨੂੰ? ਭਾਈ 10 12 ਦਿਨ ਹੋ ਗਏ ਹੋਣੇ ਮੇਰੇ ਸਾਥ। ਤੇ ਫਿਰ ਹੁਣ ਜਿਹੜਾ ਕਾਨੂੰਨ ਹੈ ਖੇਤੀ ਕਾਨੂੰਨ ਹੈ ਇਹਦੇ ਬਾਰੇ ਭਾਈ ਮੈਂ ਇਹ ਕਹਿਣਾ ਕਿ ਗਵਰਨਮੈਂਟ ਨੂੰ ਹੁਣ ਸ਼ਰਮ ਕਰਨੀ ਚਾਹੀਦੀ ਆ। ਵਾਧੂ ਦਿਨ ਹੋ ਗਿਆ ਹੁਣ ਤਾਂ ਵਾਪਿਸ ਲੈ ਲੈਣਾ ਚਾਹੀਦਾ ਯਾਰ। ਜਿਹੜੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਤੇ ਮੋਦੀ ਸਰਕਾਰ ਵਾਪਸ ਪਲਟਣ ਤੋਂ ਮਨਜ਼ੂਰੀ ਨਹੀਂ ਹੈ, ਤੁਸੀਂ ਮੋਦੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ? ਮੋਦੀ ਸਾਹਿਬ ਨੂੰ ਇਹੀ ਕਹਿਣਾ ਚਾਹਾਂਗੇ ਠੀਕ ਹੈ ਜੀ ਨਾ ਲਓ ਵਾਪਸ ਅਸੀਂ ਵੀ ਪੱਕੇ ਹੀ ਆ ਫਿਰ ਦੇਖਦੇ ਆ ਕਿੰਨਾ ਚਿਰ ਖੜੇ ਰਹਿੰਦੇ ਆ। ਮਤਲਬ ਹੁਣ ਤੁਸੀਂ ਸੋਚਦੇ ਆ ਕਿ ਦਿੱਲੀ ਦੀ ਹਿੱਕ 'ਚ ਝੰਡਾ ਜਿੱਤ ਦਾ ਲਹਿਰਾਣਾ ਹੀ ਲਹਿਰਾਣਾ? ਭਾਈ ਹੁਣ ਤਾਂ ਫਤਿਹ ਹੀ ਕਰਨੀ ਆ ਭਾਵੇਂ ਮਹੀਨਾ ਲੱਗੇ ਜਾਂ ਸਾਲ ਲੱਗੇ ਰੋਜ਼ ਆਉਣਾ ਵਾ ਇੱਥੇ ਰੁਕਣਾ ਵਾ ਜਿੰਨਾ ਹੋਊਗਾ ਆਪਣਾ ਕਰਾਂਗੇ ਪੂਰੀ ਸੇਵਾ ਦੀ ਔਰ ਪੂਰੀ ਆਪਣੇ ਜਿੰਨਾ ਹੋਊਗਾ ਲਾ ਦਾਂਗੇ। ਮਾਤਾ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਬੈਠੇ ਨੂੰ? ਸਾਨੂੰ ਬੇਟੇ 4 ਦਿਨ ਹੋ ਗਿਆ ਜਾਇਆ ਨੂੰ। ਤੁਹਾਡੀ ਉਮਰ ਕਿੰਨੀ ਹੈ? 72 ਸਾਲ। 72 ਸਾਲ ਉਮਰ ਦੇ ਵਿੱਚ ਤੁਸੀਂ ਇੱਥੇ ਬੈਠੇ ਹੋ ਆ ਕੇ। ਹਾਂਜੀ ਹੁਣ ਤੁਸੀਂ ਇਹ ਦੱਸੋ ਕਦੋਂ ਤੱਕ ਤੁਸੀਂ ਬੈਠੇ ਰਹਿਣਾ? ਬਸ ਬੇਟੇ ਦੇਖਾਂਗੇ ਹੁਣ ਜਿੰਨਾ ਚਿਰ ਬੱਚੇ ਬੈਠਣਗੇ ਉਨਾ ਚਿਰ ਅਸੀਂ ਬੈਠੇ ਰਹਾਂਗੇ। ਤੇ ਘਰੇ ਕੌਣ ਹੈ ਹੁਣ? ਘਰੇ ਜਿੰਦਾ ਲਾ ਕੇ ਆਏ ਹੋ? ਨਹੀਂ ਜੀ ਘਰੇ ਪਹਿਲਾਂ ਬੱਚੇ ਆਏ ਹੋਏ ਸੀਗੇ ਬੌਟੀਆਂ ਤੇ ਬੱਚੇ ਆਏ ਹੋਏ ਸੀਗੇ ਉਹ ਵਾਪਸ ਚਲੇ ਗਏ ਤੇ ਹੁਣ ਅਸੀਂ ਆ ਗਏ। ਅੱਛਾ ਜੀ ਕਿਹੜਾ ਪਿੰਡ ਹੈ ਜੀ ਤੁਹਾਡਾ? ਸਾਡਾ ਪਿੰਡ ਹੈ ਜੀ ਬਾਠਾ ਅਸੀਂ ਰਹਿੰਦੇ ਚੰਡੀਗੜ੍ਹ। ਚੰਡੀਗੜ੍ਹ ਰਹਿੰਦੇ ਹਾਂ ਹਾਂਜੀ। ਖੇਤ ਉੱਥੇ ਹੀ ਨੇ ਤੁਹਾਡੇ? ਹਾਂਜੀ ਉੱਥੇ ਹੀ ਨੇ ਬਾਠੇ ਨੇ ਸਾਡੇ ਖੇਤ। ਅੱਛਾ ਜੀ ਅੱਛਾ। ਹੁਣ ਇਹ ਸੰਘਰਸ਼ ਤੁਸੀਂ ਨਾਲ ਮਤਲਬ ਬਹਿ ਕੇ ਤੁਸੀਂ ਇੱਥੇ ਹੀ ਸੌਂਦੇ ਪੈਂਦੇ ਹੋ ਟਰਾਲੀਆਂ ਦੇ ਵਿੱਚ? ਹਾਂ ਬੇਟੇ ਇੱਥੇ ਹੀ ਰਹਿੰਦੇ ਸੌਂਦੇ ਆ ਟੈਂਟ ਲਾਇਆ ਹੋਇਆ ਛੋਟਾ ਜਿਹਾ ਇੱਥੇ ਸੌਂ ਜਾਂਦੇ ਇਹਦੇ 'ਚ। ਚਲੋ ਠੀਕ ਹੈ ਜੀ। ਹੁਣ ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਬੇਟੇ ਅਸੀਂ ਤਾਂ ਕਹਿੰਦੇ ਵੀ ਫੈਸਲਾ ਕਰੇ ਲੋਕੀ ਆਪਣੇ ਘਰ ਨੂੰ ਜਾਣ ਆਪਣਾ ਕੰਮ ਸੰਭਾਲਣ ਜਾ ਕੇ। ਕਿਹੜੇ ਪਿੰਡ ਤੋਂ ਆਏ ਹੋ ਬਾਈ? ਅਸੀਂ 2-3 ਜਗ੍ਹਾ ਤੋਂ ਇੱਕ ਦਸਾਂਝ ਕਲਾਂ ਤੋਂ ਇੱਕ ਚੰਡੀਗੜ੍ਹ ਤੋਂ ਅੱਛਾ ਜੀ। ਤੇ ਨਾਲ ਇੱਕ ਕਰਨਾਲ ਤੋਂ ਨੇ ਸਿੰਘ ਇੱਕ ਆਦਮਪੁਰ ਤੋਂ 3-4 ਜਗ੍ਹਾ ਤੋਂ। ਹੁਣ ਤੁਸੀਂ ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਅਸੀਂ ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਉਹਨਾਂ ਨੂੰ ਮਤਲਬ ਬੜੀ ਡੂੰਘਾਈ ਨਾਲ ਬੜੇ ਮਤਲਬ ਉਹਨਾਂ ਨੂੰ ਆਪਣੀ ਬੜੀ ਡੂੰਘੀ ਸੋਚ ਨਾਲ ਸੋਚਣਾ ਚਾਹੀਦਾ ਵੀ ਜਿਹੜੀ ਕਾਨੂੰਨ ਤੋਂ ਸਾਰਾ ਦੇਸ਼ ਖਿਲਾਫ ਹੈ ਉਹਨਾਂ ਨੂੰ ਰੱਦ ਕਰ ਦੇਣਾ ਚਾਹੀਦਾ। ਤੇ ਮੋਦੀ ਸਰਕਾਰ ਨੂੰ ਹੁਣ ਤੁਸੀਂ ਕੋਈ ਰਿਕੁਐਸਟ ਕਰਦੇ ਹੋ ਜਾਂ ਫਿਰ ਹੁਣ ਹਿੱਕ ਦੇ ਜ਼ੋਰ ਤੇ ਆ? ਇੱਕ ਦੇ ਜ਼ੋਰ ਨਾਲ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਅਸੀਂ ਰਿਕੁਐਸਟ ਕਰਦੇ ਹਾਂ ਜੇ ਨਹੀਂ ਉਹ ਕਰਦੇ ਫਿਰ ਅਸੀਂ ਆਪਣਾ ਪੂਰਾ ਜ਼ੋਰ ਲਾਵਾਂਗੇ ਫਿਰ ਅਸੀਂ ਆਪਣਾ ਜ਼ੋਰ ਲਾਵਾਂਗੇ। ਹੁਣ ਤੇ ਫਿਰ ਤਿੱਖਾ ਸੰਘਰਸ਼ ਵੀ ਕੀਤਾ ਜਾਊਗਾ ਜਿੱਦਾਂ ਹੁਣ ਮਤਲਬ ਆਪਾਂ ਨੂੰ ਇੱਥੇ ਇੰਨੇ ਦਿਨ ਹੋ ਗਏ ਬੈਠਿਆਂ ਨੂੰ ਆਪਾਂ ਕਾਫੀ ਲੰਬੇ ਸਮੇਂ ਤੋਂ ਜੇ ਨਹੀਂ ਗੱਲਬਾਤ ਰਾਹੀਂ ਇਦਾਂ ਦਾ ਕੋਈ ਮਸਲਾ ਹੱਲ ਕਰਨਾ ਸੀ ਤਾਂ ਇਹਨਾਂ ਨੂੰ ਪੰਜਾਬ 'ਚ ਜਦੋਂ ਬੈਠੇ ਸੀਗੇ ਪਟਰੀਆਂ ਰੋਕ ਕੇ ਜਾਂ ਹੋਰ ਧਰਨੇ ਲਗਾਏ ਸੀਗੇ ਉਸ ਟਾਈਮ ਹੀ ਗੱਲਬਾਤ ਰਾਹੀਂ ਜੇ ਮਸਲਾ ਹੱਲ ਹੁੰਦਾ ਸੀ ਤਾਂ ਕਰਨਾ ਚਾਹੀਦਾ ਸੀ। ਜਦੋਂ ਹੁਣ ਦਿੱਲੀ ਦੀ ਹਿੱਕ ਤੇ ਆ ਕੇ ਬੈਠ ਗਏ ਆ ਤੇ ਹੁਣ ਤਾਂ ਆਰ-ਪਾਰ ਦੀ ਲੜਾਈ ਆ। ਜੇ ਕੱਲ ਤੱਕ ਕੋਈ ਫੈਸਲਾ ਆਉਂਦਾ ਆ ਉਸ ਤੋਂ ਬਾਅਦ ਜਿੱਦਾਂ ਸਾਨੂੰ ਜਥੇਬੰਦੀਆਂ ਹੁਕਮ ਲਾਣਗੀਆਂ ਅਸੀਂ ਉਸੇ ਤਰ੍ਹਾਂ ਪ੍ਰੋਟੈਸਟ ਕਰਨ ਨੂੰ ਤਿਆਰ ਆ। ਸਾਡੇ ਫੌਜੀ ਵੀਰ ਜਿਹੜੇ ਆ ਉਹ ਵੀ ਸਾਡੇ ਆਪਣੇ ਵੀਰ ਆ ਤੇ ਜਿਹੜੀ ਆ ਫੌਜ ਲੱਗੀ ਆ ਜਾਂ ਹੋਰ ਪੈਰਾਮਿਲਟਰੀ ਫੋਰਸ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਫੋਰਸ ਹੈਗੀ ਆ ਜਾਂ ਬੈਰੀਗੇਡ ਲੱਗੇ ਹੋਏ ਜੇ ਅਸੀਂ ਇੰਨੇ ਬੈਰੀਗੇਡ ਤੋੜ ਕੇ ਆ ਸਕਦੇ ਹਾਂ ਇਹ ਬੈਰੀਗੇਡ ਤਾਂ ਕੁਝ ਵੀ ਨਹੀਂ ਇੰਨੀ ਪਬਲਿਕ ਮੋਰੇ ਉਹਦੀ ਫੌਜ ਆ ਉਹ ਵੀ ਇੰਨੀ ਪਬਲਿਕ ਮੋਰੇ ਕੁਝ ਨਹੀਂ ਹੈਗੀ ਵੀ ਜੇ ਉਹ ਅਸੀਂ ਧੱਕਾ ਜੇ ਕਰਨਾ ਚਾਹੀਏ ਤਾਂ ਧੱਕਾ ਕਰਕੇ ਦਿੱਲੀ ਜਾ ਵੜ ਸਕਦੇ ਹਾਂ। ਜੇ ਇੱਕ ਮੁੰਡਾ ਕਿਸਾਨ ਦਾ ਬੇਟਾ ਜਾ ਕੇ ਦਿੱਲੀ ਇਕੱਲਾ ਧਰਨਾ ਲਾ ਸਕਦਾ ਤਾਂ ਬਾਕੀ ਇਹ ਤਾਂ ਸਿਰਫ ਇੱਕ ਹੁਕਮ ਦੇ ਆ ਵੀ ਇੱਕ ਆਦੇਸ਼ ਜਿਹੜਾ ਹੈ ਜਥੇਬੰਦੀਆਂ ਜਿਹੜੀਆਂ ਇੰਨੀਆਂ ਸਤਿਕਾਰਯੋਗ ਸਾਡੇ ਸਾਥੀ ਉੱਥੇ ਬੈਠੇ ਆ ਧਰਨਾ ਲਗਾ ਕੇ ਉਹਨਾਂ ਨੇ ਇੱਕ ਮੰਚ ਤਿਆਰ ਕੀਤਾ ਉਸ ਮੰਚ ਤੋਂ ਜੋ ਵੀ ਹੁਕਮ ਹੋਊਗਾ ਅਸੀਂ ਉਸ ਤੇ ਪਹਿਰਾ ਦੇਣ ਨੂੰ ਤਿਆਰ ਹਾਂ। ਚਾਹੇ ਸਾਨੂੰ ਇੱਥੇ ਜਿੰਨੇ ਮਰਜ਼ੀ ਦਿਨ ਹੋਰ ਬੈਠਣਾ ਪੈ ਜਾਵੇ ਅਸੀਂ ਰਾਸ਼ਨ ਪਾਣੀ ਮਗਰ ਆਈ ਜਾਂਦਾ ਜਾਈ ਜਾਂਦਾ। ਸਾਡੀਆਂ ਤਕਰੀਬਨ ਦਸਾਂਝ ਕਲਾਂ ਤੋਂ
ਜਿਹੜੀ ਅਪ ਡਾਊਨ ਦੀ ਆ ਦੂਸਰੇ ਤੀਸਰੇ ਦਿਨ ਮਤਲਬ ਗੱਡੀ ਆ ਜਾਂਦੀ ਚਲੇ ਜਾਂਦੀ, ਜਿਹਦੇ ਵਿੱਚ ਰਾਸ਼ਨ ਤੇ ਖਾਣ ਪੀਣ ਦਾ ਸਮਾਨ ਸਾਨੂੰ ਪਹੁੰਚੀ ਜਾ ਰਿਹਾ। ਸਾਨੂੰ ਕੋਈ ਫਿਕਰ ਨਹੀਂ। ਅਸੀਂ ਘਰ ਦੱਸ ਕੇ ਆਏ ਆ ਕਿ ਜਿਹੜੇ ਬਾਲ ਬਜ਼ੁਰਗ ਵੱਡੇ ਸਾਡੇ ਸਤਿਕਾਰਯੋਗ ਸਾਡੇ ਮਾਸਟਰ ਸ਼ਿਕਾਰਾ ਸਿੰਘ ਜੀ ਦੁਸਾਂਝ, ਜਿਹੜੇ ਦਿਲਜੀਤ ਦੁਸਾਂਝ ਦੇ ਰੀਅਲ ਚਾਚਾ ਜੀ ਆ, ਇੱਥੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਡਾ ਜਿਹੜਾ ਕੈਂਪ ਚੱਲ ਰਿਹਾ। ਤੇ ਅਸੀਂ ਪਿੰਡ ਵਾਸੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ, ਦੇਸ਼ ਵਾਸੀਆਂ ਨੂੰ ਵੀ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਹਜੇ ਤੱਕ ਉਹ ਸੰਘਰਸ਼ 'ਚ ਨਹੀਂ ਪਹੁੰਚੇ, ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੀ ਪਹੁੰਚਣ ਦੀ ਕਿਰਪਾਲਤਾ ਕਰਨ। ਇੱਥੇ ਆ ਕੇ ਆਪਣੇ ਹੱਕਾਂ ਦੀ ਲੜਾਈ ਜਿਹੜੀ ਉਹ ਲੜਨੀ ਪੈਣੀ ਆ। ਜੇਕਰ ਇਹ ਕਾਨੂੰਨ ਰੱਦ ਨਹੀਂ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਜਵਾਬ ਦੇਣ ਦੇ ਹੀ ਨਹੀਂ ਹੈਗੇ। ਸਾਡੇ ਮਹਾਂਪੁਰਖਾਂ ਨੇ ਜੋ ਵੀ ਸਾਡੀ ਸੰਘਰਸ਼ ਕੀਤੇ ਆ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਸੰਘਰਸ਼ਾਂ ਨੂੰ ਅਸੀਂ ਉਹ ਦੱਸ ਨਹੀਂ ਸਕਦੇ ਵੀ ਸਾਡੀਆਂ ਪੀੜ੍ਹੀਆਂ ਸਾਡੇ ਲਈ ਕੀ ਕਰ ਗਈਆਂ। ਪਰ ਜਿਹੜਾ ਹੁਣ ਠੰਡ ਬਹੁਤ ਵੱਧ ਗਈ ਹੈ, ਰਾਤ ਨੂੰ ਸੌਣਾ ਪੈਣਾ, ਮਤਲਬ ਤੁਹਾਡਾ ਕਿੱਦਾਂ? ਠੰਡ ਤਾਂ ਬਹੁਤ ਵੱਧ ਗਈ ਹੈ। ਫਿਰ ਸਾਡੇ ਕੋਲ ਸਾਰਾ ਪ੍ਰਬੰਧ ਲੈ ਕੇ ਆਏ ਆ। ਅਸੀਂ ਸਾਡੀਆਂ ਗੱਡੀਆਂ ਚੈੱਕ ਕਰ ਸਕਦੇ, ਸਾਡੇ ਕੋਲ ਗੱਦੇ ਬਿਲਕੁਲ ਗੱਦਿਆਂ ਦਾ ਪ੍ਰਬੰਧ ਹੈ, ਸਾਡੇ ਟੈਂਟ ਹੈਗੇ ਆ, ਸਾਡੇ ਕੋਲ ਕੰਬਲ ਹੈਗੇ ਆ, ਰਜਾਈਆਂ ਘਰੋਂ ਲੈ ਕੇ ਆਏ A to Z ਸਾਡੇ ਕੋਲ ਸਮਾਨ ਹੈਗਾ। ਕੋਈ ਬਿਮਾਰ ਹੁੰਦਾ ਬੰਦਾ, ਦਵਾਈ ਉਹਦੇ ਵਾਸਤੇ ਵੀ ਸਾਡੇ ਜਿਹੜੇ ਸਿਹਤ ਵਿਭਾਗ ਤੋਂ ਸਾਥੀ ਆ, ਉਹਨਾਂ ਦਾ ਵੀ ਪੂਰਾ ਪ੍ਰਬੰਧ ਹੈ। ਸਾਡੇ ਬੰਗਿਆਂ ਤੋਂ ਸਾਡੇ ਨਾਲ ਹੀ ਕੱਲ ਕੈਂਪ ਲੱਗਿਆ ਹੋਇਆ ਸੀ, ਉਹਨਾਂ ਨੇ ਸਾਨੂੰ ਸਿਹਤ ਸੇਵਾਵਾਂ ਜਿਹੜੀਆਂ ਦਿੱਤੀਆਂ। ਮੱਛਰਦਾਨੀਆਂ ਲਾ ਕੇ ਇੱਥੇ ਵਧੀਆ ਤਰੀਕੇ ਨਾਲ ਇਹਨਾਂ ਨੇ ਗੱਦੇ ਲਾਏ ਹੋਏ ਨੇ ਔਰ ਵਧੀਆ ਪ੍ਰਬੰਧ ਕੀਤਾ ਹੋਇਆ ਆਪਣੇ ਸੌਣ ਪੈਣ ਲਈ, ਦਵਾਈਆਂ ਦਾ ਵੀ, ਮਤਲਬ ਹਰ ਚੀਜ਼ ਦਾ ਭਾਜੀ ਤੁਸੀਂ ਬਿਲਕੁਲ ਪੂਰਾ ਸੋਲੂਸ਼ਨ ਕੱਢਿਆ ਪਿਆ। ਤੁਸੀਂ ਹੁਣ ਕਦ ਤੱਕ ਕਿੱਥੋਂ ਆਏ ਹੋ ਪਹਿਲਾਂ ਮੈਨੂੰ? ਅਸੀਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਵੱਲੋਂ ਸਾਰਾ ਪ੍ਰਬੰਧ AGPC ਦਾ ਇਹ ਵਧੀਆ ਪ੍ਰਬੰਧ ਹੈ। ਖਾਣ ਪੀਣ ਨੂੰ ਮੈਡੀਸਨ ਵੀ ਹੈਗੀ, ਦਵਾਈਆਂ ਵੀ ਹੈਗੀਆਂ, ਲੰਗਰ ਦਾ ਵੀ ਪ੍ਰਬੰਧ ਹੈਗਾ। ਸਾਨੂੰ 3 ਦਿਨ ਹੋ ਗਏ, 4 ਦਿਨ ਉਰੀ ਆ ਅਸੀਂ। 3-4 ਦਿਨ ਤੋਂ ਤੁਸੀਂ ਉਰੀ ਹੋ। ਖਾਣ ਪੀਣ ਦਾ ਤੁਹਾਨੂੰ ਵਧੀਆ ਪ੍ਰਬੰਧ ਹੈ? ਹਾਂ, ਬਹੁਤ ਵਧੀਆ, ਸਭ ਸਹੂਲਤ ਮਿਲ ਰਹੀ ਹੈ, ਕੋਈ ਵੀ ਇਹੋ ਜਿਹੀ ਪ੍ਰੋਬਲਮ ਨਹੀਂ। ਕਿਸਾਨਾਂ ਵਾਸਤੇ ਵਧੀਆ ਅਸੀਂ ਸਹੂਲਤ ਦਿੱਤੀ ਹੈ। ਠੰਡ ਬਹੁਤ ਵੱਧ ਗਈ ਹੈ, ਠੰਡਾਂ ਵਾਸਤੇ ਤੁਹਾਨੂੰ ਵਧੀਆ ਕਵਰ ਬਿਲਕੁਲ ਸਭ ਕੁਝ ਪਿਆ, ਵਧੀਆ ਕੰਬਲ, ਵਧੀਆ ਬੈੱਡ, ਵਧੀਆ ਸੋਫੇ ਬੈੱਡ ਵਾਂਗੂ ਹੀ ਵਧੀਆ ਮਿਲ ਰਹੀ ਸਭ ਕੁਝ। ਅੱਛਾ, ਜਿਹੜੇ ਦੇਸ਼ ਵਿਦੇਸ਼ ਦੇ ਜਿਹੜੇ ਵਸਦੇ ਨੇ, ਪੰਜਾਬੀ ਵਸਦੇ ਨੇ, ਉਹਨਾਂ ਵੱਲੋਂ ਤੁਹਾਨੂੰ ਕਿੰਨਾ ਕੁ ਹੁੰਗਾਰਾ ਮਿਲ ਰਿਹਾ ਹੈ? ਉਹਨਾਂ ਤੋਂ ਬਹੁਤ ਹੰਗਾਰਾ ਮਿਲ ਰਿਹਾ ਕਿ ਮੈਂ ਕੰਬਲ ਹੋ ਗਏ, ਮੱਛਰਦਾਨੀਆਂ, ਉਹ ਸਭ ਉਹੀ ਲਿਆ ਕੇ ਦੇ ਰਹੇ ਨੇ ਸਾਨੂੰ। ਮਤਲਬ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਘਾਟ ਨਹੀਂ ਹੈ ਇੱਥੇ? ਕੋਈ ਘਾਟ ਨਹੀਂ ਹੈਗੀ। ਬਾਬੇ ਨਾਨਕ ਦਾ ਲੰਗਰ ਹੈ, 20 ਰੁਪਏ ਦਾ ਚੱਲ ਰਿਹਾ, ਉਹੀ ਇਸੇ ਤਰ੍ਹਾਂ ਚੱਲ ਰਿਹਾ ਇੱਦਾਂ ਹੀ। ਤੇ ਜਿਹੜਾ ਕਿ ਵੀ ਹੁਣ ਜੇ ਮੋਦੀ ਕਾਨੂੰਨ ਵਾਪਸ ਨਹੀਂ ਲੈਂਦਾ ਜਾਂ ਅੱਗੇ ਤੱਕ ਕਿੰਨੀ ਦੇਰ ਤੱਕ ਚੱਲੂਗਾ ਸੰਘਰਸ਼? ਤੁਸੀਂ ਇੱਥੇ ਹੀ ਡਟੇ ਰਹੋਗੇ? ਜਿੰਨਾ ਚਿਰ ਮੋਦੀ ਨਹੀਂ ਕਾਨੂੰਨ ਵਾਪਸ ਲੈਂਦਾ ਉਹਨਾਂ ਚਿਰ ਅਸੀਂ ਉਰੀ ਹਾਂ। ਜਿਵੇਂ 6 ਮਹੀਨੇ ਲੱਗ ਜਾਣ, ਸਾਲ ਲੱਗ ਜਾਏ, 5 ਸਾਲ ਲੱਗ ਜਾਣ, ਇੱਦਾਂ ਹੀ ਅਸੀਂ ਰਹਾਂਗੇ। ਹੁਣ ਆ 3 ਐਡੀਟੈਂਸ ਨੇ। ਅੱਜ ਮੀਟਿੰਗ ਪਤਾ ਲੱਗਾ ਵੀ ਮੀਟਿੰਗ ਚੱਲ ਰਹੀ ਹੈ ਅੱਜ, ਤੇ ਦੇਖਦੇ ਅੱਜ ਮੀਟਿੰਗ ਦੇ ਵਿੱਚ ਆਸ ਰੱਖਦੇ ਹਾਂ ਅਸੀਂ ਵੀ ਜਲਦੀ ਇਹ ਨਿਪਟਾਰਾ ਹੋ ਜਾਵੇ। ਤੇ ਵੈਸੇ ਜਿਹੜੇ ਆ ਤਿੰਨੇ ਕਾਨੂੰਨ ਨੇ, ਇਹ ਆਮ ਜਨਤਾ ਤੇ ਵੀ ਫਰਕ ਪਊਗਾ, ਸਾਰੇ ਸੰਸਾਰ 'ਚ ਇਹਨਾਂ 'ਚ ਫਰਕ ਪੈਣਾ। ਕਿਉਂਕਿ ਇਹਨੇ ਮੋਦੀ ਸਾਹਿਬ ਦਾ ਕਹਿੰਦੇ ਵੀ ਮੈਂ ਕਾਲਾ ਬਾਜ਼ਾਰੀ ਬੰਦ ਕਰਤੀ ਆ, ਲੇਕਿਨ ਕਾਲਾ ਬਾਜ਼ਾਰੀ ਨੂੰ ਇਹ ਬੜਾਵਾ ਦਿੰਦੇ ਪਏ ਨੇ। ਕਿਉਂਕਿ ਜਿਹੜੇ ਤਿੰਨੇ ਇਹ ਹੁਣ ਪਹਿਲਾਂ ਇੱਕ ਸਿਸਟਮ ਸੀਗਾ ਵੀ ਤੁਸੀਂ ਇੰਨੀ ਚੀਜ਼ ਆਪਣੇ ਕੋਲ ਸਟੋਕ ਕਰ ਸਕਦੇ ਹੋ, ਹੈ ਨਾ। ਹੁਣ ਇਹਨਾਂ ਨੇ ਕਰਤਾ ਵੀ ਤੁਸੀਂ ਅਨਲਿਮਿਟਡ ਸਟੋਕ ਕਰ ਸਕਦੇ ਹੋ ਆਪਣੇ। ਹੁਣ ਜੇ ਕੋਈ ਜਿਵੇਂ ਬੜੀਆਂ ਕੰਪਨੀਆਂ ਅਡਾਨੀ ਬਗਾਨੀ ਨੇ, ਇਹਨਾਂ ਨੇ ਇੱਕ ਸੂਬੇ ਤੋਂ ਸਾਰੀ ਫਸਲ ਇਕੱਠੀ ਖਰੀਦ ਲਈ, ਉੱਥੇ ਮਾਰਕੀਟ ਦੇ ਵਿੱਚ ਉਹ ਫਸਲ ਘੁੰਮਣੀ ਨਹੀਂ ਹੈਗੀ, ਤੇ ਉੱਥੇ ਫਿਰ ਮਹਿੰਗਾਈ ਹੋਊਗੀ, ਤੇ ਇਹਨਾਂ ਨੇ ਫਿਰ ਆਪਣੇ ਸਟੋਰਾਂ ਵਿੱਚੋਂ ਹੌਲੀ ਹੌਲੀ ਫਸਲਾਂ ਨੂੰ ਕੱਢਣਗੇ, ਤੇ ਇਹਦੇ ਨਾਲ ਕਾਲਾ ਬਾਜ਼ਾਰੀ ਨੂੰ ਜ਼ਿਆਦਾ ਬੜਾਵਾ ਦੇ ਰਹੇ ਨੇ। ਨਹੀਂ, ਜਿਹੜੀਆਂ ਸੋਧਾਂ ਕੀਤੀਆਂ ਨੇ ਇਹਨਾਂ ਨੇ ਥੋੜਾ ਬਹੁਤ ਮਤਲਬ ਛੱਡਿਆ ਹੈ ਤੁਹਾਡੇ ਲਈ? ਸੋਧਾ ਕੀਤੀਆਂ ਕੋਈ ਨਹੀਂ? ਦੇਖੋ, ਪਹਿਲਾਂ ਕਹਿੰਦੇ ਸੀਗੇ ਇਹ ਸਾਰੇ ਤੁਹਾਡੇ ਹੱਕ ਵਿੱਚ ਨੇ, ਬਿੰਦ ਵਿੱਚ ਕੋਈ ਵੀ ਕਿਸਾਨ ਵਿਰੋਧੀ ਨਹੀਂ ਹੈਗਾ, ਤੇ ਹੁਣ ਕਹਿੰਦੇ ਨੇ ਵੀ ਅਸੀਂ ਤੁਹਾਡੇ 99% ਸੋਧ ਕਰ ਦਿੰਦੇ ਆ। ਜੇ ਸੋਧ ਕਰਦੇ ਨੇ ਇਹਦਾ ਮਤਲਬ ਇਹ ਮੰਨਦੇ ਨੇ ਵੀ ਹਾਂ ਇਹਦੇ ਵਿੱਚ ਗਲਤੀਆਂ ਬੜੀਆਂ ਨੇ, ਤਾਂ ਹੀ ਸੋਧ ਕਰਨ ਨੂੰ ਮੰਨਦੇ ਆਣਾ। ਜੇ ਹੁਣ ਸੋਧਾ ਹੀ ਕਰਨੀਆਂ ਫਿਰ ਅਸੀਂ ਚਾਹੁੰਦੇ ਨਹੀਂ ਹੈਗੇ, ਅਸੀਂ ਕਹਿੰਦੇ ਵੀ ਰੱਦ ਕਰਨ, ਰੱਦ ਕਰਕੇ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਬਿਠਾਉਣ ਨਾਲ ਉਹਨਾਂ ਨੂੰ ਬਿਠਾ ਕੇ ਆਪਣਾ ਨਵਾਂ ਮਤਾ ਪਾ ਦੇਣਾ। ਜਦੋਂ ਤੱਕ ਰੱਦ ਨਹੀਂ ਹੁੰਦਾ ਉਦੋਂ ਤੱਕ ਤੁਸੀਂ ਇੱਥੇ ਹੀ ਸੰਘਰਸ਼ ਕਰੋਗੇ? ਹਾਂਜੀ, ਜਦ ਤੱਕ ਤਾਂ ਫਿਰ ਅਸੀਂ ਬੈਠੇ ਆ, ਨਾਲ ਕੱਪੜੇ ਵਗੈਰਾ ਲਿਆਏ ਨੇ। ਬਾਕੀ AGPC ਵੱਲੋਂ ਇਹ ਪ੍ਰਬੰਧ ਕੀਤਾ ਗਿਆ ਹੈ ਸਾਰਾ, ਇਹ ਰੋਟੀ ਪਾਣੀ ਦਾ ਕੀਤਾ ਹੋਇਆ, ਮੱਛਰਦਾਨੀਆਂ ਲਾਈਆਂ ਉਹਨੇ, ਕੰਬਲ ਹੈਗੇ ਨੇ, ਉਰੇ ਦਵਾਈ ਮੈਡੀਕਲ ਸਾਰੇ 24 ਘੰਟੇ ਉਰੇ ਚੱਲਦੀ ਪਈ ਹੈ ਜੀ। ਬੈਠੇ ਆ ਅਸੀਂ, ਸਾਨੂੰ ਤਾਂ ਕੋਈ ਦਿੱਕਤ ਨਹੀਂ। ਸੋ ਇਹਨਾਂ ਨੂੰ ਕੋਈ ਸ਼ੌਂਕ ਨਹੀਂ ਹੁੰਦਾ ਸੜਕਾਂ ਤੇ ਐਦਾਂ ਰੁਲਣ ਦਾ, ਕੋਈ ਸ਼ੌਂਕ ਨਹੀਂ ਹੁੰਦਾ ਐਦਾਂ ਕਿਸੇ ਨੂੰ। ਅਗਲਿਆਂ ਨੇ ਆਪਣੇ ਲਈ ਹੁਣ ਕੰਬਲ ਰੱਖੇ, ਮੱਛਰਦਾਨੀ ਰੱਖੀ ਹੈ, ਸਭ ਆਪਣਾ ਪ੍ਰਬੰਧ ਕਰਕੇ ਰਹਿ ਰਹੇ ਆ। ਹੁਣ ਉਹ ਇਹ ਕਦੋਂ ਤੱਕ ਰਹਿਣਗੇ ਇਹ ਹੁਣ ਸਰਕਾਰਾਂ ਤੇ ਡਿਪੈਂਡ ਕਰਦਾ ਹੈ। ਬੜੀ ਦੇਰ ਦੇ ਸੜਕਾਂ ਤੇ ਬੈਠੇ, ਤੁਸੀਂ ਮੰਨਦੇ ਨਹੀਂ ਅੜੇ ਮੜਕਾਂ ਤੇ ਬੈਠੇ। ਉਹ ਬੜੀ ਦੇਰ ਦੇ ਸੜਕਾਂ ਤੇ ਬੈਠੇ, ਤੁਸੀਂ ਮੰਨਦੇ ਨਹੀਂ ਅੜੇ ਮੜਕਾਂ ਤੇ ਬੈਠੇ। ਟੋਏ ਪੁੱਟ ਪੁੱਟ ਰਾਹ ਰੋਕਦੀ, ਸੜਕਾਂ ਪੁੱਟ ਪੁੱਟ ਰਾਹ ਰੋਕਦੀ, ਚਾਲਾਂ ਕਰਦੀ ਦਿੱਲੀਏ ਨਹੀਂ। ਇਕੱਠੇ ਹੋ ਕੇ ਜੱਟ ਨੇ ਆ ਗਏ, ਹੁਣ ਕਿਉਂ ਡਰਦੀ ਦਿੱਲੀਏ ਨਹੀਂ। ਉਹ ਇਕੱਠੇ ਹੋ ਕੇ ਜੱਟ ਨੇ ਆ ਗਏ, ਹੁਣ ਕਿਉਂ ਡਰਦੀ ਦਿੱਲੀਏ ਨੀ।
ਉਹ ਬੜੀਆਂ ਮੀਟਿੰਗਾਂ ਕੀਤੀਆਂ ਤੂੰ ਲਾਰੇ ਲੱਪੇ ਲਾਉਂਦੀ ਰਹੀ ਤੈਨੂੰ ਲੱਗਦਾ ਸੀ ਅੱਕ ਥੱਕ ਜਾਣੇ ਐਵੇਂ ਟਾਈਮ ਟਪਾਉਂਦੀ ਰਹੀ ਤੈਨੂੰ ਲੱਗਦਾ ਸੀ ਅੱਕ ਥੱਕ ਜਾਣੇ ਐਵੇਂ ਟਾਈਮ ਟਪਾਉਂਦੀ ਰਹੀ ਵਾਪਸ ਮੁੜ ਜੋ ਵਾਪਸ ਉਹ ਵਾਪਸ ਮੁੜ ਜੋ ਵਾਪਸ ਮਿੰਟਾਂ ਕਰਦੀ ਦਿੱਲੀਏ ਨੀ ਉਹ ਇਕੱਠੇ ਹੋ ਕੇ ਜੱਟ ਨੇ ਆ ਗਏ ਹੁਣ ਕਿਉਂ ਡਰਦੀ ਦਿੱਲੀਏ ਨੀ ਉਹ ਇਕੱਠੇ ਹੋ ਕੇ ਜੱਟ ਨੇ ਆ ਗਏ ਹੁਣ ਕਿਉਂ ਡਰਦੀ ਦਿੱਲੀਏ ਨੀ ਸੋ ਬਾਈ ਮੋਦੀ ਨੂੰ ਕਹਿਣਾ ਵੀ ਮੰਨਣਾ ਤਾਂ ਹੈਗੀ ਅੱਜ ਮੰਨ ਜਾਂ ਕੱਲ ਮੰਨ ਜਾਂ ਮੰਨਣਾ ਤਾਂ ਪਊਗਾ ਹੱਲ ਹੋਰ ਕੋਈ ਨਹੀਂ ਇਹਨਾਂ ਦਿਨਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਪਰੰਤੂ ਪੰਜਾਬੀ ਨੇ ਦਿੱਲੀ ਸਰਹੱਦ ਤੇ ਹੀ ਇਹੋ ਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਆਪ ਮੋਰੇ ਸ਼ਹੀਦਾਂ ਅੱਗੇ ਸਿਰ ਝੁਕਦਾ ਕਿਸਾਨ ਅੰਦੋਲਨ ਵਿੱਚ ਸਵੇਰੇ ਸ਼ਾਮ ਰੱਬੀ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਲੰਗਰ ਇਹ ਸ਼ਬਦ ਸੁਣਦਿਆਂ ਹੀ ਸਾਡਾ ਸਿਰ ਸਤਿਕਾਰ ਨਾਲ ਝੁਕ ਜਾਂਦਾ ਕਿਉਂਕਿ ਇਹ ਲੰਗਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦੇ ਨਾਲ ਸ਼ੁਰੂ ਕੀਤਾ ਸੀ ਜੋ ਅੱਜ ਵੀ ਚੱਲ ਰਿਹਾ ਹੈ। ਅੱਜ ਅਸੀਂ ਕਿਸਾਨ ਅੰਦੋਲਨ ਵਿੱਚ ਦਿੱਲੀ ਸਰਹੱਦ ਤੇ ਗਏ ਲੰਬੀਆਂ ਕਤਾਰਾਂ ਹੱਥ ਜੋੜ ਲੰਗਰ ਲਈ ਆਵਾਜ਼ ਮਾਰ ਰਹੇ ਸੇਵਾਦਾਰ ਕਿਸਾਨ ਸੱਚ ਵਿੱਚ ਦਿੱਲੀ ਨੂੰ ਸਕੂਨ ਦੇਣ ਵਾਲਾ ਦ੍ਰਿਸ਼ ਸੀ। ਭਾਂਤ ਦੇ ਲੰਗਰ ਜਿਸ ਵਿੱਚ ਲੱਸੀ ਬਦਾਮ ਕਾਜੂ ਸਰੋਂ ਦਾ ਸਾਗ ਮੱਖਣ ਤੇ ਹੋਰ ਵੀ ਬਹੁਤ ਸਾਰੇ ਪਦਾਰਥ ਜਿਹੜੇ ਸ਼ਾਇਦ ਅੱਜ ਤੋਂ ਪਹਿਲਾਂ ਇੱਕ ਥਾਂ ਤੇ ਕਦੇ ਨਹੀਂ ਦੇਖੇ। ਇਹ ਗੱਲ ਸੱਚ ਹੈ ਕਿ ਅੰਨਦਾਤਾ ਦੇ ਘਰ ਵਿੱਚ ਗੁਰੂ ਸਾਹਿਬ ਕਿਸੇ ਗੱਲ ਦਾ ਘਾਟਾ ਨਹੀਂ ਰਹਿਣ ਦਿੰਦੇ। ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕ 20 ਰੁਪਏ ਤੋਂ ਲੰਗਰ ਸ਼ੁਰੂ ਹੋ ਕੇ ਹੁਣ ਤੱਕ ਉਹ ਸ੍ਰਿਸ਼ਟੀ ਰਹਿਣ ਤੱਕ ਹੀ ਇਹ ਜਿਹੜਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਲੰਗਰ ਹੈ ਇਹ ਨਿਰੰਤਰ ਜਿਹੜਾ ਪੰਜਾਬੀਆਂ ਵੱਲੋਂ ਤੇ ਦੇਸ਼ ਭਰ ਦੇ ਵਿੱਚ ਜਿੱਥੇ ਵੀ ਕੋਈ ਇਦਾਂ ਦੀ ਅਣਪਛਾਣੀ ਘਟਨਾ ਹੁੰਦੀ ਆ ਉੱਥੇ ਤੱਤ ਤੇ ਰਹਿੰਦੇ ਆ ਜੀ। ਅੱਜ ਅਸੀਂ ਲੰਗਰ ਲਾਏ ਨੂੰ 7-8 ਦਿਨ ਹੋਏ। ਜਿਸ ਦਿਨ ਤੋਂ ਸੰਗਤਾਂ ਆਈਆਂ ਉਸੇ ਦਿਨ ਤੋਂ ਚਾਹ ਪਾਣੀ ਦੇ ਲੰਗਰ ਚੱਲ ਰਹੇ ਨੇ ਤੇ ਬੜੀ ਵਧੀਆ ਸਿਸਟਮ ਨਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਜਿਸ ਤਰ੍ਹਾਂ ਉਹਨਾਂ ਨੇ ਲੰਗਰ ਚਲਾਏ ਸੀ ਉਸੇ ਤਰ੍ਹਾਂ ਅਸੀਂ ਮਤਲਬ ਉਸੇ ਢੰਗ ਦੇ ਨਾਲ ਲੰਗਰ ਚਲਾ ਰਹੇ ਹਾਂ। ਉਹਨਾਂ ਦੀ ਕਿਰਪਾ ਨਾਲ ਕੋਈ ਵੀ ਛਕ ਸਕਦਾ ਕੋਈ ਵੀ ਇਹ ਸਿਰਫ ਤੁਸੀਂ ਆਪਣੇ ਵਾਸਤੇ ਨਹੀਂ ਸਾਰੇ ਰਾਹਗੀਰ ਵਾਸਤੇ ਸਾਰੇ ਵਾਸਤੇ ਲੰਗਰ ਜੋਸ਼ ਬਹੁਤ ਹੈ ਜੀ। ਸਭ ਦੇ ਵਿੱਚ ਇੱਕ ਵੱਖਰਾ ਜੋਸ਼ ਹੈ ਕਿ ਇਹ ਅੰਦੋਲਨ ਇਦਾਂ ਹੀ ਚੱਲਦਾ ਰਹੇਗਾ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੇਗੀ। ਖਾਣੇ ਪੀਣੇ ਦਾ ਕੋਈ ਘਾਟ ਨਹੀਂ ਹੈ ਲੰਗਰ ਪੀਣ ਦੀ ਕੋਈ ਘਾਟ ਨਹੀਂ ਜੀ। ਗੁਰੂ ਮਹਾਰਾਜ ਦੀ ਫੁੱਲ ਕਿਰਪਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਲੰਗਰ ਚੱਲ ਰਿਹਾ ਹੈ। ਇਹ ਲੰਗਰ ਸਾਰੀਆਂ ਬਰਾਦਰੀਆਂ ਵੱਲੋਂ ਇਕੱਠਾ ਚੱਲ ਰਿਹਾ ਹੈ। ਸਾਰੇ ਹਰਿਆਣੇ ਦੀ ਸੰਗਤ ਸਾਰੀਆਂ ਬਰਾਦਰੀਆਂ ਇਕੱਠੀਆਂ ਲੱਗ ਕੇ ਲੰਗਰ ਲਾ ਰਹੀਆਂ ਨੇ। ਕੀ ਕਹਿਣਾ ਚਾਹੋਗੇ ਮੋਦੀ ਸਰਕਾਰ ਨੂੰ? ਮੋਦੀ ਸਰਕਾਰ ਨੂੰ ਅਸੀਂ ਇਹੀ ਕਵਾਂਗੇ ਕਿ ਉਹਨਾਂ ਨੂੰ ਸਾਡੇ ਸਿੰਘ ਆਪਣੇ ਜ਼ਿਮੀਂਦਾਰਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ। ਜਿੰਨਾ ਲੇਟ ਕਰਨਗੇ ਉਹਨਾਂ ਨੂੰ ਉਸ ਤੇ ਉਨੀ ਸਜ਼ਾ ਮਿਲੇਗੀ। ਇਹ ਅੰਦੋਲਨ ਵੱਧਦਾ ਜਾਏਗਾ। ਹਰਦੀਪ ਸਿੰਘ ਨਾਮ ਮੇਰਾ ਪਿੰਡ ਡਬਰੀ। ਅਸੀਂ ਕੜੀ ਚੌਲਾਂ ਦਾ ਲੰਗਰ ਡਬਰੀ ਪਿੰਡ ਤੋਂ ਲੈ ਕੇ ਆਏ ਆ ਸਪੈਸ਼ਲ ਜ਼ਿਮੀਂਦਾਰਾਂ ਵਾਸਤੇ। ਅੱਛਾ ਲੰਗਰ ਤੁਸੀਂ ਇੱਥੇ ਬਣਾਉਂਦੇ ਹੋ ਜਾਂ ਫਿਰ ਅਸੀਂ ਆਪਣੇ ਡਬਰੀ ਤੋਂ ਤਿਆਰ ਕਰਕੇ ਲਿਆਏ ਆ। ਜਿੱਦਣ ਦਾ ਪ੍ਰੋਗਰਾਮ ਚੱਲਿਆ ਉਦੋਂ ਦੇ ਲਾਣੇ ਪਏ ਆ ਤੇ ਲਾਉਂਦੇ ਰਹਾਂਗੇ ਭਾਵੇਂ ਸਾਲ ਚੱਲੇਗਾ ਸਾਲ ਹੀ ਲਾਉਂਦੇ ਰਹਾਂਗੇ। ਸਾਲ ਹੀ ਲੰਗਰ ਢੋਂਦੇ ਰਹਾਂਗੇ। ਹਾਂਜੀ ਸਾਡੀਆਂ ਗੱਡੀਆਂ ਸਾਡੀ ਕੋਈ ਪਾਰਟੀ ਦਾ ਮਤਲਬ ਨਹੀਂ ਕੋਈ ਕਿਸੇ ਦਾ ਮਤਲਬ ਨਹੀਂ। ਅਸੀਂ ਤੇ ਸੇਵਾ ਕਰਨੀ ਕਿਸਾਨਾਂ ਦੀ। ਹਾਂ ਦਿੱਲੀ ਤੱਕ ਵੀ ਸਾਡਾ ਡੇਲੀ ਮਿੱਸਾ ਪ੍ਰਸ਼ਾਦਾ ਡੇਲੀ ਜਾਣ ਡਿਆ। ਸਾਡਾ 4 ਤੰਦੂਰ ਲੱਗੇ ਨੇ ਸਾਡੇ ਡੇਲੀ ਵੇਚ ਅਸੀਂ 2 ਕੁਇੰਟਲ ਆਟਾ ਪਕਾ ਕੇ ਡੇਲੀ ਘੱਲਣ ਡਿਆ ਗੱਡੀਆਂ 'ਚ। ਅੱਛਾ ਜੀ ਤੁਸੀਂ ਲੰਗਰ ਦੀ ਸੇਵਾ ਲਾਈ ਹੋਈ ਹੈ ਇੱਥੇ ਨੇੜੇ ਤੁਹਾਡਾ ਪਿੰਡ ਹੈ ਇੱਥੇ ਕਿਤੇ? ਸਾਡਾ ਡਬਰੀ ਇੱਕ ਨਾਲ ਡਬਰੀ ਪਿੰਡ ਤੋਂ ਆ ਕੇ ਲੰਗਰ ਜਿਹੜਾ ਇੱਥੇ ਲਾਇਆ ਜਾ ਰਿਹਾ ਹੈ। ਵੀ ਹੁੰਦੇ ਪਏ ਨੇ ਦੂਰ ਤੋਂ। ਜੇਕਰ ਜੇ ਇਹ ਕਿਸਾਨ ਜਿਹੜੇ ਅੰਦੋਲਨ ਹੈ ਚੱਲ ਰਿਹਾ ਹੈ ਜਿਹੜੇ ਬਿੱਲ ਨਹੀਂ ਰੱਦ ਹੁੰਦੇ ਤਾਂ ਤੁਸੀਂ ਕਦ ਤੱਕ ਇਹ ਚੱਲਦੇ ਰਹੋ? ਜਿੰਨੇ ਚਿਰ ਨਹੀਂ ਰੱਦ ਹੁੰਦੇ ਚੱਲਦੇ ਰਹਾਂਗੇ। ਜਿੰਨਾ ਚਿਰ ਰੱਦ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਕਿਰਾਇਆ ਕਰਾਂਗੇ। ਉਹਨਾਂ ਚਿਰ ਲੰਗਰ ਵੀ ਉਹਨਾਂ ਦਾ ਚੱਲੇਗਾ। ਨਾ ਬਿਲਕੁਲ ਭਾਵੇਂ 2 ਸਾਲ ਨਾਨਕ ਦੀ ਪ੍ਰਥਾ ਹੈ। 20 ਰੁਪਏ ਚ ਗੁਰੂ ਨਾਨਕ ਦੇਵ ਜੀ ਚਲਾਇਆ ਸੀ ਉਹ ਚੱਲਦਾ ਹੀ ਰਹੇਗਾ ਸਦਾ। ਸਾਡਾ ਲੰਗਰ ਵੱਧਦਾ ਜਾਏਗਾ। ਇਹ ਜਿੰਨਾ ਚਿਰ ਸਾਡਾ ਸੰਘਰਸ਼ ਮੁੱਕਦਾ ਨਹੀਂ ਪਰਮਾਤਮਾ ਦੀ ਕਿਰਪਾ ਹੈ। ਆਪਣੇ ਆਪ ਹੀ ਲੰਗਰ ਆਈ ਜਾਂਦਾ ਆਪਣੇ ਆਪ ਹੀ ਚੱਲੀ ਜਾਂਦਾ। ਤੁਸੀਂ ਇਹ ਲੰਗਰ ਪਿੱਛੇ ਵੀ ਲਾ ਕੇ ਆਏ ਹੋ ਤੇ ਉਸ ਤੋਂ ਬਾਅਦ ਉੱਧਰ ਜਾ ਰਹੇ ਹੋ ਅੱਗੇ ਤੱਕ ਜਾਓਗੇ ਤੇ ਜਾਵਾਂਗੇ ਹਰ ਜਗ੍ਹਾ ਜਾਵਾਂਗੇ। ਸੰਗਤ ਚੱਲਦੀ ਆਹੀ ਉੱਥੇ ਤੱਕ ਚੱਲਾਂਗੇ। ਪਹੁੰਚਾਂਗੇ ਉੱਥੇ ਵੀ ਦੇਖ ਆਵਾਂਗੇ। ਉੱਥੋਂ ਵੀ ਦੇਖ ਆਵਾਂਗੇ। ਸੋ ਦੇਖੋ ਜੀ
ਜੋਸ਼ ਜਿਹੜਾ ਹੈ ਕਿਸਾਨਾਂ ਦਾ ਉਹ ਬਹੁਤ ਹੀ ਵਧੀਆ। ਮਤਲਬ ਮੈਂ ਬਚਪਨ ਦੇ ਵਿੱਚ ਕਿਤਾਬਾਂ 'ਚ ਜਿਹੜੇ ਭਗਤ ਸਿੰਘ ਨੂੰ ਪੜ੍ਹਿਆ ਸੀਗਾ, ਅੱਜ ਹਜ਼ਾਰਾਂ ਦੀ ਤਾਦਾਦ ਤੇ ਕਿਸਾਨਾਂ ਦੇ ਰੂਪ, ਅੱਜ ਭਗਤ ਸਿੰਘ ਦੇ ਰੂਪ ਵਿੱਚ ਕਿਸਾਨ ਅੱਜ ਅੰਦੋਲਨ ਕਰ ਰਹੇ ਔਰ ਇੱਥੇ ਬੜੇ ਸ਼ਾਂਤਮਈ ਤਰੀਕੇ ਨਾਲ ਸਾਰਿਆਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ, ਬੜੇ ਪਿਆਰ ਨਾਲ ਲੰਗਰ ਛਕਾਇਆ ਜਾ ਰਿਹਾ ਹੈ। ਕਿਸਾਨ ਅੰਦੋਲਨ ਵਿੱਚ ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਵੱਲੋਂ ਕੱਪੜੇ ਧੋਣ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਖਾਲਸਾ ਏਡ ਵੱਲੋਂ ਬਜ਼ੁਰਗਾਂ ਦੀਆਂ ਲੱਤਾਂ ਘੁੱਟਣੇ ਲਈ ਮਸ਼ੀਨਾਂ ਦੀ ਸੇਵਾ ਵੀ ਕੀਤੀ ਗਈ ਹੈ, ਜਿਸ ਨਾਲ ਬਜ਼ੁਰਗਾਂ ਨੂੰ ਤਰੋ-ਤਾਜ਼ਾ ਕੀਤਾ ਜਾ ਰਿਹਾ ਹੈ। ਕਿਸਾਨਾਂ ਵਾਸਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਗਰਮ ਪਾਣੀ ਦੀ ਸੇਵਾ, ਸਾਬਣ, ਸ਼ੈਂਪੂ, ਇੱਥੋਂ ਤੱਕ ਕਿ ਫੋਨ ਨੂੰ ਚਾਰਜ ਕਰਨ ਦੀ ਵੀ ਸੇਵਾ ਦਿੱਤੀ ਜਾ ਰਹੀ ਹੈ। ਬੇਸ਼ੱਕ ਸਰਕਾਰ ਵੱਲੋਂ ਵੱਡੇ ਪੱਥਰ, ਬੈਰੀਗੇਟ ਅਤੇ ਭਾਰੀ ਮਾਤਰਾ ਵਿੱਚ ਪੁਲਿਸ ਫੋਰਸ ਨੂੰ ਸਰਹੱਦ ਤੇ ਸਰਕਾਰ ਵੱਲੋਂ ਤਾਇਨਾਤ ਕੀਤਾ ਹੋਇਆ ਹੈ, ਪਰੰਤੂ ਇਸ ਨਾਲ ਨਾ ਹੀ ਕਿਸਾਨਾਂ ਦੇ ਜੋਸ਼ ਨੂੰ ਫਰਕ ਪੈ ਰਿਹਾ ਹੈ ਤੇ ਨਾ ਹੀ ਜਨੂਨ ਨੂੰ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੂੰ ਗੱਦੇ ਅਤੇ ਰਜਾਈਆਂ ਵੰਡੀਆਂ। ਉਹਨਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸੇਵਾ 24 ਘੰਟੇ ਜਾਰੀ ਰਹੇਗੀ। ਉਹਨਾਂ ਨੇ ਟਰਾਲੀਆਂ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਵੀ ਦਿੱਤੀਆਂ ਨੇ। ਉਹਨਾਂ ਕਿਹਾ ਕਿ ਸਵੇਰੇ ਚਾਹ ਤੋਂ ਲੈ ਕੇ ਰਾਤ ਦੇ ਲੰਗਰ ਦੀ ਸੇਵਾ ਨਿਰੰਤਰ ਜਾਰੀ ਰਹੇਗੀ। ਉਹਨਾਂ ਕਿਹਾ ਕਿ ਕਿਸਾਨਾਂ ਦੀ ਹਰ ਸੰਭਵ ਮਦਦ ਕਰਨਾ ਸਾਡਾ ਫਰਜ਼ ਬਣਦਾ ਹੈ ਅਤੇ ਕਰਦੇ ਵੀ ਰਹਾਂਗੇ। ਗੱਦਿਆਂ ਦੀ, ਕੰਬਲਾਂ ਦੀ ਡੋਮੈਟਰੀ ਅਸੀਂ ਬਣਾਈਆਂ, ਸਾਹਮਣੇ 1000 ਲੋਕਾਂ ਦੇ ਸੌਣ ਵਾਸਤੇ ਵਾਟਰ ਡੋਮੈਟਰੀ ਬਣਾਈਆਂ ਔਰ ਬਿਸਤਰਿਆਂ ਦੀ ਤਰਪਾਲਾਂ। ਅੱਜ ਕਿਉਂਕਿ ਕੱਲ੍ਹ ਬਰਸਾਤ ਹੋਈ ਆ, ਅੱਜ ਅਸੀਂ ਤਰਪਾਲ ਲਿਆ ਕੇ ਸਾਰੀਆਂ ਟਰਾਲੀਆਂ ਵਾਸਤੇ, ਟਰੈਕਟਰਾਂ ਵਾਸਤੇ ਜਾਂ ਜਿਹੜੇ ਲੋਕ ਆਪਣੇ ਹੋਰ ਸਮਾਨ ਲੈ ਕੇ ਉਹਨਾਂ ਨੂੰ ਕਵਰ ਕਰਨ ਵਾਸਤੇ ਤਰਪਾਲਾਂ, ਇਸੇ ਤਰ੍ਹਾਂ ਗੱਦੇ, ਰਜਾਈਆਂ ਕਿ ਅਸੀਂ ਟਰੱਕ ਪਰ ਗੇਲ ਤੇ ਲੈ ਕੇ ਆਉਂਦੇ ਨੇ। ਤੇ ਆ ਤੁਹਾਡੇ ਤੁਸੀਂ ਦੇਖ ਰਹੇ ਸਾਰੇ ਲਾਈਨ 'ਚ ਟਰੱਕ ਲੱਗੇ ਹੋਏ ਨੇ, ਸਾਰੀ ਰਸਤਾ ਆਈਆਂ ਨੇ। ਸੋ ਲੋੜਵੰਦ ਜਿਹੜੀ ਵੀ ਚੀਜ਼ ਦੀ ਲੋੜ ਪੈਂਦੀ ਆ, ਸਵੇਰ ਤੋਂ ਚਾਹ ਤੋਂ ਸ਼ੁਰੂ ਹੁੰਦਾ ਹੈ ਤੇ ਰਾਤ ਤੱਕ ਨਿਰੰਤਰ ਇੱਥੇ ਲੰਗਰ ਚੱਲਦੇ ਨੇ, ਸਵੇਰੇ ਸ਼ਾਮ ਤੱਕ। ਔਰ ਚਾਹ ਦਾ ਵੀ 24 ਘੰਟੇ ਲੰਗਰ ਚੱਲਦਾ, ਭਾਵੇਂ ਰਾਤੀ 2 ਵਜੇ ਕੋ ਆ ਜਾਏ, ਇੱਥੇ ਸਾਡਾ ਲੰਗਰ ਚੱਲਦਾ ਰਹਿੰਦਾ। ਪਕੌੜੇ ਹੋਣ, ਜਲੇਬੀਆਂ ਹੋਣ, ਮਿੱਠਾ, ਹਰ ਤਰੀਕੇ ਦਾ, ਕਿਉਂਕਿ ਕਿਸਾਨ ਜਿਹੜਾ ਹੈ ਉਹ ਆਪਣਾ ਇੱਥੇ ਜਿਹੜਾ ਅੰਦੋਲਨ ਕਰਦਾ ਪਿਆ ਹੈ, ਉਹ ਆਪਣੀ ਕਿਸਾਨ ਦੇਸ਼ ਦੀ ਲੜਾਈ ਲੜਨ ਵਾਸਤੇ ਆਇਆ, ਉਹ ਆਪਣੀ ਨਿੱਜੀ ਲੜਾਈ ਲੜਨ ਵਾਸਤੇ ਨਹੀਂ ਆਇਆ। ਔਰ ਉਹਦੀ ਹਰ ਤਰੀਕੇ ਦੀ ਇਮਦਾਦ ਕਰਨਾ ਸਾਡਾ ਫਰਜ਼ ਬਣਦਾ।